ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਕਹਿਣ ਨੂੰ ਭਾਰਤ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਜਿਸ ਵਿੱਚ ਆਮ ਲੋਕ ਵੋਟ ਪਾਉਂਦੇ ਨੇ ਤੇ ਸਰਕਾਰ ਨੂੰ ਚੁਣਦੇ ਨੇ, ਆਪਣੇ ਨੁਮਾਇੰਦੇ ਨੂੰ ਚੁਣਦੇ ਹੈ ਤੇ ਉਹ ਇਹਨਾਂ ਦੀ ਭਲਾਈ ਦਾ ਕੰਮ ਕਰਦਾ ਹੈ ਤੇ ਇਹਨਾਂ ਲਈ ਕੰਮ ਕਰਦਾ ਹੈ। ਪਰ ਅੱਜ ਕੱਲ੍ਹ ਇੱਕ ਨਵੇਂ ਐਕਟ ਦੀ ਚਰਚਾ ਹੋ ਰਹੀ ਹੈ ਜਿਸ ਦਾ ਨਾਮ ਹੈ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਅਮੈਂਡਮੈਂਟ ਐਕਟ 2021, ਜਿਸ ਦੇ ਲਾਗੂ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਇਹ ਇੱਕ ਇਨਸਲਟ ਹੋਵੇਗਾ ਦਿੱਲੀ ਦੇ ਲੋਕਾਂ ਦੇ ਲਈ ਜਿਸ ਨੇ ਇਸ ਸਰਕਾਰ ਨੂੰ ਚੁਣਿਆ ਹੈ। ਤੇ ਡਿਪਟੀ ਚੀਫ ਮਿਨਿਸਟਰ ਮਨੀਸ਼ ਸਿਸੋਦੀਆ ਕਹਿੰਦੇ ਨੇ ਕਿ ਇਹਨਾਂ ਅਮੈਂਡਮੈਂਟਾਂ ਤੋਂ ਬਾਅਦ, ਇਸ ਬਿੱਲ ਤੋਂ ਬਾਅਦ ਦਿੱਲੀ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ ਉਹ ਅਰਥਹੀਨ ਹੋ ਜਾਵੇਗੀ। ਅਸਲ ਵਿੱਚ ਇਸ ਐਕਟ ਦੇ ਵਿੱਚ ਹੈ ਕੀ ਹੈ, ਜਾਣਦੇ ਹਾਂ ਇਸ ਵੀਡੀਓ ਦੇ ਵਿੱਚ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਫਿਰ ਹਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਜਿਸ ਬਿੱਲ ਦੀ ਮੈਂ ਗੱਲ ਕਰ ਰਿਹਾ ਇਹ ਲੋਕ ਸਭਾ ਤੇ ਰਾਜ ਸਭਾ ਦੋਨਾਂ ਦੇ ਵਿੱਚ ਪਾਸ ਹੋ ਚੁੱਕਿਆ ਹੈ ਤੇ ਬਸ ਹੁਣ ਰਾਸ਼ਟਰਪਤੀ ਦੀ ਮੋਹਰ ਇਸ ਬਿੱਲ ਦੇ ਉੱਪਰ ਲੱਗਣੀ ਰਹਿੰਦੀ ਹੈ ਤੇ ਇਸ ਤੋਂ ਬਾਅਦ ਇਹ ਬਿੱਲ ਜਿਹੜਾ ਹੈ ਉਹ ਕਾਨੂੰਨ ਦਾ ਰੂਪ ਲੈ ਲਵੇਗਾ। ਇਸ ਵਿੱਚ ਅਸਲ ਵਿੱਚ ਕੀ ਬਦਲਾਵ ਕੀਤੇ ਗਏ ਨੇ ਮੈਂ ਤੁਹਾਨੂੰ ਦੱਸਦਾ ਕਿ ਇਹ 1991 ਦਾ ਓਰੀਜਨਲ ਐਕਟ ਹੈ ਜਿਸ ਵਿੱਚ ਅਮੈਂਡਮੈਂਟਸ ਕੀਤੀਆਂ ਜਾ ਰਹੀਆਂ, ਯਾਨੀ ਕਿ ਇਹਦੇ ਵਿੱਚ ਕੁਝ ਸੋਧਾਂ ਕੀਤੀਆਂ ਜਾ ਰਹੀਆਂ ਨੇ। ਜੇ ਮੈਂ ਮੁੱਖ ਸੋਧਾਂ ਦੀ ਗੱਲ ਕਰਾਂ ਤਾਂ ਇਸ ਐਕਟ ਦੇ ਸੈਕਸ਼ਨ 21 ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਵਿਧਾਨ ਸਭਾ ਦਿੱਲੀ ਦੀ ਯਾਨੀ ਕਿ ਲੈਜਿਸਲੇਟਿਵ ਅਸੈਂਬਲੀ ਹੁਣ ਜਿਹੜਾ ਵੀ ਕਾਨੂੰਨ ਬਣਾਏਗੀ ਉਹਦੇ ਵਿੱਚ ਜਿਹੜਾ ਗਵਰਨਮੈਂਟ ਵਰਡ ਹੋਵੇਗਾ, ਸਰਕਾਰ ਸ਼ਬਦ ਹੋਵੇਗਾ, ਉਹਦਾ ਮਤਲਬ ਹੁਣ ਹੋਵੇਗਾ LG ਯਾਨੀ ਕਿ ਲੈਫਟੀਨੈਂਟ ਗਵਰਨਰ। ਹੁਣ ਦੋਸਤੋ ਲੈਫਟੀਨੈਂਟ ਗਵਰਨਰ ਕੀ ਹੋਇਆ? ਲੈਫਟੀਨੈਂਟ ਗਵਰਨਰ ਜਿਹੜਾ ਹੈ ਉਸ ਨੂੰ ਤੁਸੀਂ ਵੋਟ ਪਾ ਕੇ ਨਹੀਂ ਚੁਣਦੇ, ਇਸ ਨੂੰ ਸੈਂਟਰ ਸਰਕਾਰ ਯਾਨੀ ਕਿ ਭਾਰਤ ਸਰਕਾਰ ਨੋਮੀਨੇਟ ਕਰਕੇ ਨਿਯੁਕਤ ਕਰਦੀ ਹੈ। ਹਰੇਕ ਸਟੇਟ ਦੇ ਵਿੱਚ ਗਵਰਨਰਸ ਹੁੰਦੇ ਨੇ ਪਰ ਦਿੱਲੀ ਦੇ ਵਿੱਚ ਜੇ ਮੈਂ ਖਾਸ ਗੱਲ ਕਰਾਂ ਕਿਉਂਕਿ ਇਹ ਭਾਰਤ ਦੀ ਰਾਜਧਾਨੀ ਹੈ, ਇਸ ਵਿੱਚ ਲੈਫਟੀਨੈਂਟ ਗਵਰਨਰ ਸਾਹਿਬ ਕੋਲ ਜਿਹੜੀਆਂ ਨੇ ਬਹੁਤ ਸਾਰੀਆਂ ਪਾਵਰਾਂ ਦਿੱਤੀਆਂ ਹੋਈਆਂ ਨੇ। ਇਸ ਤੇ ਪਿਛਲੇ ਸਾਲਾਂ ਦੇ ਵਿੱਚ ਜਦੋਂ ਦੀ ਕੇਜਰੀਵਾਲ ਸਾਹਿਬ ਦੀ ਸਰਕਾਰ ਆਈ ਹੈ ਇਹ ਰੌਲਾ ਜਿਹੜਾ ਹੈ ਪੈਂਦਾ ਰਹਿੰਦਾ ਹੈ। ਸੁਪਰੀਮ ਕੋਰਟ ਨੇ ਪਿੱਛੇ ਜੇ ਇੱਕ ਹਦਾਇਤਾਂ ਜਾਰੀ ਕੀਤੀਆਂ ਸੀ ਕਿ ਜਿਹੜੀ ਚੁਣੀ ਹੋਈ ਸਰਕਾਰ ਹੈ ਦਿੱਲੀ ਦੀ ਉਸ ਨੂੰ ਜਿਹੜੇ ਨੇ ਵੱਧ ਤੋਂ ਵੱਧ ਅਧਿਕਾਰ ਜਿਹੜੇ ਆ ਦੇਣੇ ਚਾਹੀਦੇ ਆ, ਉਸ ਨੂੰ ਕਾਨੂੰਨ ਬਣਾਉਣ ਦੀ ਜਾਂ ਜਿੰਨੇ ਵੀ ਐਡਮਿਨਿਸਟ੍ਰੇਟਿਵ ਡਿਸੀਜਨ ਲੈਣੇ ਨੇ ਇਹ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਹੀ ਲੈਣੇ ਚਾਹੀਦੇ ਨੇ। ਪਰ ਇਸ ਐਕਟ ਦੇ ਸੈਕਸ਼ਨ 21 ਦੇ ਵਿੱਚ ਇਹ ਅਮੈਂਡਮੈਂਟ ਕੀਤੀ ਗਈ ਹੈ ਕਿ ਜਿੱਥੇ ਵੀ ਸਰਕਾਰ ਸ਼ਬਦ ਹੁਣ ਆਵੇਗਾ, ਕੋਈ ਵੀ ਨਵਾਂ ਕਾਨੂੰਨ ਬਣਦਾ ਹੈ ਤਾਂ ਉਹਦਾ ਮਤਲਬ ਹੁਣ ਦਿੱਲੀ ਦੀ ਚੁਣੀ ਹੋਈ ਸਰਕਾਰ ਨਹੀਂ ਹੋਵੇਗਾ, ਇਹਦਾ ਮਤਲਬ ਹੁਣ ਹੋਵੇਗਾ ਲੈਫਟੀਨੈਂਟ ਗਵਰਨਰ। ਯਾਨੀ ਕਿ ਇਹਦਾ ਸਿੱਧਾ ਮਤਲਬ ਇਹੀ ਹੋਇਆ ਕਿ ਜਿਹੜੀ ਦਿੱਲੀ ਦੀ ਚੁਣੀ ਹੋਈ ਸਰਕਾਰ ਹੋਵੇਗੀ ਉਹਦੇ ਕੋਲ ਹੁਣ ਜਿਹੜੀਆਂ ਸਰਕਾਰ ਦੀ ਜਾਂ ਸਰਕਾਰੀ ਸ਼ਬਦ ਨੂੰ ਜਿੱਦਾਂ ਆਪਾਂ ਕਹਿੰਦੇ ਆ ਕਿ ਸਰਕਾਰ ਹੈ, ਉਹਦਾ ਮਤਲਬ ਹੁਣ ਹੋਵੇਗਾ ਲੈਫਟੀਨੈਂਟ ਗਵਰਨਰ। ਹੁਣ ਇਸ ਐਕਟ ਦੇ ਸੈਕਸ਼ਨ 24 ਦੇ ਵਿੱਚ ਕੀ ਸੋਧ ਕੀਤੀ ਗਈ ਹੈ? ਇਸ ਦੇ ਵਿੱਚ ਸੋਧ ਕੀਤੀ ਗਈ ਹੈ ਕਿ ਜਿਹੜਾ ਲੈਜਿਸਲੇਟਿਵ ਅਸੈਂਬਲੀ ਯਾਨੀ ਕਿ ਵਿਧਾਨ ਸਭਾ ਹੋਵੇਗੀ ਦਿੱਲੀ ਸਰਕਾਰ ਦੀ, ਉਹ ਆਪਣੇ ਅਧਿਕਾਰਾਂ ਤੋਂ ਪਰੇ ਜੇਕਰ ਕੋਈ ਵੀ ਐਕਟ ਬਿੱਲ ਪਾਸ ਕਰਦੀ ਹੈ ਤਾਂ LG ਉਸ ਬਿੱਲ ਨੂੰ ਅਪਰੂਵ ਨਹੀਂ ਕਰਨਗੇ ਤੇ ਉਸ ਨੂੰ ਜਿਹੜਾ ਰਾਸ਼ਟਰਪਤੀ ਦੇ ਅਪਰੂਵਲ ਵੀ ਦੇ ਲਈ ਵੀ ਨਹੀਂ ਭੇਜਣਗੇ। ਇਹਦਾ ਮਤਲਬ ਇਹ ਹੋਇਆ ਕਿ ਜੇ ਲੈਫਟੀਨੈਂਟ ਗਵਰਨਰ ਸਾਹਿਬ ਨੂੰ ਇਹ ਲੱਗਦਾ ਹੈ ਕਿ ਇਹ ਬਿੱਲ ਸਹੀ ਨਹੀਂ ਹੈ ਤਾਂ ਉਹ ਇਸ ਨੂੰ ਅਪਰੂਵ ਨਹੀਂ ਕਰਨਗੇ, ਯਾਨੀ ਕਿ ਦਿੱਲੀ ਸਰਕਾਰ ਜੋ ਵੀ ਚਾਹੇ ਆਪਣੀ ਮਰਜ਼ੀ ਦੇ ਨਾਲ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਨਹੀਂ ਕਰ ਸਕਦੀ। ਇਸ ਐਕਟ ਦੇ ਸੈਕਸ਼ਨ 33 ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੀ ਦਿੱਲੀ ਦੀ ਵਿਧਾਨ ਸਭਾ ਹੋਵੇਗੀ ਉਹ ਕੋਈ ਵੀ ਰੂਲ ਆਫ ਪ੍ਰੋਸੀਜਰ ਜਾਂ ਕੰਡਕਟ ਆਫ ਬਿਜ਼ਨਸ ਤਿਆਰ ਕਰਦੀ ਹੈ, ਉਹ ਹਾਊਸ ਆਫ ਪੀਪਲ ਦੇ ਰੂਲਸ ਆਫ ਪ੍ਰੋਸੀਜਰ ਤੇ ਕੰਡਕਟ ਆਫ ਬਿਜ਼ਨਸ ਤੋਂ ਵੱਖਰਾ ਨਹੀਂ ਹੋਣਾ ਚਾਹੀਦਾ। ਯਾਨੀ ਕਿ ਇੱਥੇ ਹਾਊਸ ਆਫ ਪੀਪਲ ਯਾਨੀ ਕਿ ਲੋਕ ਸਭਾ ਦੀ ਗੱਲ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਨਾ ਤਾਂ ਕੋਈ ਨਵਾਂ ਕਾਨੂੰਨ ਬਣਾ ਸਕੇਗੀ ਅਤੇ ਨਾ ਹੀ ਕੋਈ ਕਮੇਟੀ ਬਣਾ ਸਕੇਗੀ ਜਿਹਨੂੰ ਕਿ ਕਿਸੇ ਵੀ ਇਨਕੁਆਰੀ ਤੇ ਲਗਾਇਆ ਜਾ ਸਕਦਾ ਹੈ। ਯਾਨੀ ਕਿ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਇਨਕੁਆਰੀ ਜਾਂ ਕਮੇਟੀ ਦਿੱਲੀ ਸਰਕਾਰ ਹੁਣ ਨਹੀਂ ਬਣਾ ਸਕਦੀ। ਜੇਕਰ ਕੋਈ ਕਮੇਟੀ ਜਾਂ ਫਿਰ ਕੋਈ ਰੂਲ ਆਫ ਪ੍ਰੋਸੀਜਰ ਐਡਮਿਨਿਸਟ੍ਰੇਟਿਵ ਦਿੱਲੀ ਸਰਕਾਰ ਨੇ ਇਸ ਐਕਟ ਦੇ ਪਾਸ ਹੋਣ ਤੋਂ ਪਹਿਲਾਂ ਪਾਸ ਕੀਤਾ ਹੈ ਤੇ ਉਹ ਇਹਦੇ ਨਾਲ ਨਹੀਂ ਮਿਲਦਾ ਜਾਂ ਫਿਰ ਜਿਹੜਾ ਹੈ ਉਹ ਕਾਨੂੰਨਾਂ ਨੂੰ ਫੋਲੋ ਨਹੀਂ ਕਰਦਾ ਤਾਂ ਇਸ ਐਕਟ ਦੇ ਵਿੱਚ ਲਿਖਿਆ ਗਿਆ ਕਿ ਉਹ ਜਿਹੜਾ ਹੈ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਵਾਇਡ ਹੋ ਜਾਵੇਗਾ। ਯਾਨੀ ਕਿ ਜੇਕਰ ਅਜਿਹਾ ਕੋਈ ਐਕਟ ਹੈ ਤਾਂ ਇਸ ਐਕਟ ਦੇ ਪਾਸ ਹੋਣ ਤੋਂ ਬਾਅਦ ਉਹਦੀ ਕੋਈ ਵੀ ਆਥੈਂਟਿਸਿਟੀ ਨਹੀਂ ਰਹੇਗੀ।
ਫਿਰ ਇਹ ਕਿਹਾ ਗਿਆ ਕਿ ਜਿੰਨੇ ਵੀ ਬਿੱਲ ਹੋਣਗੇ, ਕਾਨੂੰਨ ਹੋਣਗੇ, ਜੇਕਰ ਉਹ ਪਾਸ ਕਰਾਉਣੇ ਨੇ ਜਾਂ ਕੋਈ ਵੀ ਐਡਮਿਨਿਸਟ੍ਰੇਟਿਵ ਫੈਸਲਾ ਦਿੱਲੀ ਦੀ ਚੁਣੀ ਹੋਈ ਸਰਕਾਰ ਨੇ ਲੈਣਾ ਹੈ ਤਾਂ ਉਸ ਨੂੰ ਪਾਸ ਕਰਨ ਤੋਂ ਪਹਿਲਾਂ LG ਦਾ ਓਪੀਨੀਅਨ ਲੈਣਾ ਜ਼ਰੂਰੀ ਹੋਵੇਗਾ। ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਰਕਾਰ ਨੂੰ ਚੁਣਿਆ ਕਿ ਉਹ ਉਹਨਾਂ ਦੇ ਭਲਾਈ ਦੇ ਲਈ ਕੰਮ ਕਰੇ, ਉਹਨਾਂ ਦੇ ਚੰਗੇ ਭਵਿੱਖ ਦੇ ਲਈ ਕੰਮ ਕਰੇ, ਪਰ ਹੁਣ ਜੋ ਵੀ ਕਰਨਾ ਹੋਵੇਗਾ ਉਹ LG ਦੇ ਓਪੀਨੀਅਨ ਦੇ ਨਾਲ ਕਰਨਾ ਹੋਵੇਗਾ ਤੇ LG ਨੂੰ ਅਪਾਇੰਟ ਕੀਤਾ ਹੈ ਸੈਂਟਰ ਸਰਕਾਰ ਨੇ। ਸੋ ਇਸ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਐਕਟ ਕਿੰਨਾ ਕੁ ਡੈਮੋਕ੍ਰੈਟਿਕ ਹੈ ਜਾਂ ਨਹੀਂ। ਜਦੋਂ ਇਹ ਬਿੱਲ ਰਾਜ ਸਭਾ ਦੇ ਵਿੱਚ ਪੇਸ਼ ਹੋਇਆ ਤਾਂ ਰਾਜ ਸਭਾ ਦੇ 12 ਓਪੋਜੀਸ਼ਨ ਪਾਰਟੀਆਂ ਨੇ ਇਸ ਐਕਟ ਦਾ ਬਿੱਲ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਬਿੱਲ ਇਸ ਤਰ੍ਹਾਂ ਪਾਸ ਨਹੀਂ ਹੋਣਾ ਚਾਹੀਦਾ, ਇਸ ਨੂੰ ਸਿਲੈਕਟ ਕਮੇਟੀ ਦੇ ਕੋਲ ਭੇਜਣਾ ਚਾਹੀਦਾ ਹੈ, ਵਿਚਾਰ ਕਰਨਾ ਚਾਹੀਦਾ ਇਸ ਐਕਟ ਤੇ ਫਿਰ ਹੀ ਇਸ ਨੂੰ ਪਾਸ ਕਰਨਾ ਚਾਹੀਦਾ, ਕਿਉਂਕਿ ਅਗਰ ਇਹ ਐਕਟ ਪਾਸ ਹੋ ਜਾਂਦਾ ਹੈ ਦਿੱਲੀ ਦੇ ਵਿੱਚ ਤਾਂ ਇਹ ਹੋਰ ਰਾਜਾਂ ਦੇ ਵਿੱਚ ਵੀ ਭਵਿੱਖ ਦੇ ਵਿੱਚ ਪਾਸ ਹੋਵੇਗਾ। ਫਿਰ ਚੁਣੀ ਹੋਈ ਸਰਕਾਰ ਦਾ ਜਾਂ ਜਿਹੜਾ ਚੋਣਾਂ ਦਾ ਕੋਈ ਵੀ ਮਤਲਬ ਨਹੀਂ ਰਹਿ ਜਾਂਦਾ। ਰਾਜ ਸਭਾ ਦੇ ਵਿੱਚ ਓਪੋਜੀਸ਼ਨ ਦੇ ਲੀਡਰ ਮੱਲਿਕਾ ਅਰਜੁਨ ਖੜਗੇ ਸਾਹਿਬ ਨੇ ਕਿਹਾ ਵੀ ਜੇਕਰ ਸਾਰੀਆਂ ਪਾਵਰਾਂ ਤੁਸੀਂ LG ਸਾਹਿਬ ਨੂੰ ਦੇਣੀਆਂ ਨੇ ਫਿਰ ਦਿੱਲੀ ਦੇ ਵਿੱਚ ਚੋਣਾਂ ਕਰਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਾਂਗਰਸ MP ਅਭਿਸ਼ੇਕ ਮਨੂ ਸਿੰਘਵੀ ਸਾਹਿਬ ਨੇ ਕਿਹਾ ਕਿ ਜੇ ਦਿੱਲੀ ਸਰਕਾਰ ਕੋਈ ਫੈਸਲਾ ਲੈ ਹੀ ਨਹੀਂ ਸਕਦੀ, ਕੋਈ ਇਨਕੁਆਰੀ ਬਿਠਾ ਹੀ ਨਹੀਂ ਸਕਦੀ ਤਾਂ ਫਿਰ ਦਿੱਲੀ ਸਰਕਾਰ ਕੀ ਪਕੌੜੇ ਬਣਾਵੇਗੀ। ਸੋ ਇਹ ਸੀਗਾ ਇਹ ਐਕਟ ਤੇ ਇਹਦੇ ਬਾਰੇ ਕੀ ਅਮੈਂਡਮੈਂਟਸ ਹੋਈਆਂ। ਮੈਨੂੰ ਲੱਗਦਾ ਕਿ ਤੁਹਾਡੇ ਲਈ ਜਾਣਨਾ ਜ਼ਰੂਰੀ ਹੋਵੇਗਾ। ਸਾਡਾ ਚੈਨਲ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਪੋਲੀਟੀਕਲ ਸੰਸਥਾ ਨੂੰ ਸਪੋਰਟ ਨਹੀਂ ਕਰਦਾ। ਸਾਡਾ ਪਰਪਸ ਇਸ ਵੀਡੀਓ ਰਾਹੀਂ ਸਿਰਫ ਇੰਨਾ ਸੀ ਕਿ ਇਸ ਐਕਟ ਦੇ ਵਿੱਚ ਜੋ ਵੀ ਅਮੈਂਡਮੈਂਟਸ ਕੀਤੀਆਂ ਗਈਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਆਸ਼ਾ ਕਰਦੇ ਹਾਂ ਦੋਸਤੋ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਚੰਗੀ ਲੱਗੀ ਤਾਂ ਹਰ ਵਾਰ ਦੀ ਤਰ੍ਹਾਂ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਾਡਾ ਹੌਸਲਾ ਇਸੇ ਤਰ੍ਹਾਂ ਹੀ ਵਧਾਉਂਦੇ ਰਹੋ। ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਇਸ ਚੈਨਲ ਤੇ ਆ ਰਹੀਆਂ ਵੀਡੀਓਜ਼ ਅੱਗੇ ਵੀ ਦੇਖ ਸਕੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।